हाँ जी स्टूडेंट्स वेलकम कर दें तुहाडा टूर स्टडी क्लास यूट्यूब चैनल ਦੇ ਵਿੱਚ। इस वीडियो ਦੇ ਵਿੱਚ स्टूडेंट्स ਆਪਾਂ ਜਿਹੜੇ ਕਿ ਹਿਸਟਰੀ ਸਬਜੈਕਟ ਦਾ ਟੌਪਿਕ BA ਸਮੈਸਟਰ ਫਸਟ ਦੇ ਲਈ ਗੁਪਤ ਕਾਲ ਨੂੰ ਭਾਰਤੀ ਇਤਿਹਾਸ ਦਾ ਸੁਨਹਿਰੀ ਯੁੱਗ ਕਿਉਂ ਕਿਹਾ ਜਾਂਦਾ ਜਾਂ ਕਿੱਥੋਂ ਤੱਕ ਕਹਿਣਾ ਸਹੀ ਹੈ। ਗੁਪਤ ਕਾਲ ਭਾਰਤੀ ਇਤਿਹਾਸ ਦਾ ਸੁਨਹਿਰੀ ਯੁੱਗ ਸੀ ਕਿਵੇਂ, ਇਸ ਕਥਨ ਤੇ ਵਿਚਾਰ ਕਰੋ। ਆਪਾਂ ਇਸ ਕੁਐਸਚਨ ਦਾ ਆਨਸਰ ਇਸ ਵੀਡੀਓ 'ਚ ਕਰਾਂਗੇ। ਸੋ ਪਹਿਲਾਂ ਗੁਪਤ ਕਾਲ ਦੇ ਆਪਾਂ ਆਲਰੇਡੀ ਕਾਫੀ ਕੁਐਸਚਨਸ ਆ ਜਿਹੜੇ ਕਿ ਅਪਲੋਡ ਕੀਤੇ ਹੋਏ ਨੇ, ਤੁਸੀਂ ਵੀਡੀਓ ਜ਼ਰੂਰ ਵਾਚ ਕਰੋ। ਹਾਂਜੀ ਇੰਟਰੋਡਕਸ਼ਨ ਦੇ ਵਿੱਚ ਪਹਿਲਾਂ ਤੁਸੀਂ ਗੁਪਤ ਵੰਸ਼ ਦਾ ਮੋਢੀ ਦੱਸ ਦਿਓ, ਮੋਢੀ ਕੌਣ ਹੈ, ਠੀਕ ਹੈ। ਤੇ ਆਪਾਂ ਇਹ ਥੋੜ੍ਹਾ ਡਿਸਕਸ਼ਨ ਕਰ ਲੈਂਦੇ ਹਾਂ। ਹਾਂਜੀ ਗੁਪਤ ਕਾਲ ਦਾ ਜਿਹੜੇ ਕਿ ਮੋਢੀ ਸੀ, ਜਿਹੜੇ ਗੁਪਤ ਕਾਲ ਦੀ ਨੀਂਹ ਰੱਖੀ ਸੀ ਸ਼੍ਰੀ ਗੁਪਤ ਨੇ, ਠੀਕ ਹੈ, ਸ਼੍ਰੀ ਗੁਪਤ ਨੇ। ਉਸ ਤੋਂ ਸ਼੍ਰੀ ਗੁਪਤ ਤੋਂ ਬਾਅਦ ਆਇਆ ਸੀ ਘਟੋਤਕਚ ਜਿਹੜੇ ਕਿ ਕੱਚ, ਬਟ ਇਹ ਦੋਨੋਂ ਜਿਹੜੇ ਕਿ ਸੁਤੰਤਰ ਰਾਜੇ ਨਹੀਂ ਸੀ, ਠੀਕ ਹੈ। ਇਹ ਦੋਨੋਂ ਸੁਤੰਤਰ ਰਾਜੇ ਨਹੀਂ ਸੀ ਤਾਂ ਇਹਨਾਂ ਦੇ ਵਿੱਚੋਂ ਇਹਨਾਂ ਨੇ ਜਿਹੜੇ ਕਿ ਇਹਨਾਂ ਦੇ ਵਿੱਚੋਂ ਸਭ ਤੋਂ ਉਸ ਤੋਂ ਬਾਅਦ ਜਿਹੜੇ ਕਿ ਘਟੋਤਕਚ ਦਾ ਪੁੱਤਰ ਸੀ ਜਿਹੜਾ ਚੰਦਰਗੁਪਤ ਪਹਿਲਾ, ਉਹਨੂੰ ਅਸਲ ਦੇ ਵਿੱਚ ਜਿਹੜੇ ਕਿ ਮੌਰੀਆ ਵੰਸ਼ ਦਾ ਆਪਾਂ ਕਹਿ ਸਕਦੇ ਵਾਸਤਵਿਕ ਮੋਢੀ ਮੰਨਿਆ ਜਾਂਦਾ, ਕਿਉਂਕਿ ਅਸਲ ਦੇ ਵਿੱਚ ਇਸ ਵੰਸ਼ ਦਾ ਜਿਹੜੇ ਕਿ ਬੇਸ਼ੱਕ ਨੀਂਹ ਤਾਂ ਸ਼੍ਰੀ ਗੁਪਤ ਨੇ ਰੱਖਦੀ ਸੀ, ਬਟ ਇਹ ਜਿਹੜੇ ਕਿ ਇਹਨਾਂ ਨੇ ਇਹ ਸੁਤੰਤਰ ਨਹੀਂ ਸੀ, ਇਹ ਜਿਹੜੇ ਕਿ ਸਮਤਾ ਦੇ ਅਧੀਨ ਸੀ, ਐਵੇਂ ਘਟੋਤਕਚ ਵੀ ਜਿਹੜੇ ਕਿ ਅਧੀਨ ਸੀ। ਬਟ ਜਿਹੜਾ ਚੰਦਰਗੁਪਤ ਪਹਿਲਾ ਸੀ, ਉਹ ਚੰਦਰਗੁਪਤ ਪਹਿਲਾ ਜਿਹੜਾ ਘਟੋਤਕਚ ਦਾ ਬੇਟਾ ਸੀ, ਉਹਨੇ ਜਿਹੜੇ ਕਿ ਸੁਤੰਤਰ ਰਾਜ ਕਾਇਮ ਕੀਤਾ ਤੇ ਸੁਤੰਤਰ ਸ਼ਾਸਕ ਸੀ, ਠੀਕ ਹੈ। ਤੇ ਉਹਨੇ ਗੁਪਤ ਸੰਮਤ ਜਿਹੜੇ ਕਿ ਐਲਾਨ ਕੀਤਾ, ਗੁਪਤ ਸੰਮਤ ਜਿਹੜੇ ਕਿ ਤੇ ਮਹਾਰਾਜਾ ਧੀਰਾਜ ਦੀ ਜਿਹੜੀ ਕਿ ਉਪਾਧੀ ਧਾਰਨ ਕੀਤੀ, ਠੀਕ ਹੈ। ਤੇ ਇਸ ਨੇ ਲਿੱਛਵੀ ਚੰਦਰਗੁਪਤ ਪਹਿਲੇ ਨੇ ਲਿੱਛਵੀ ਰਾਜਕੁਮਾਰੀ ਦੇ ਨਾਲ ਜਿਹੜੇ ਕਿ ਵਿਆਹ ਕਰਵਾ ਕੇ ਆਪਣੀ ਸ਼ਕਤੀ ਨੂੰ ਹੋਰ ਜ਼ਿਆਦਾ ਮਜ਼ਬੂਤ ਕੀਤਾ ਸੀ। ਤਾਂ ਹੁਣ ਆਪਾਂ ਇਹਨਾਂ ਦੇ ਜਿਹੜੇ ਕਿ ਅੱਗੇ ਸੁਨਹਿਰੀ ਕਾਲ ਵਾਲਾ ਦੇਖਦੇ ਹਾਂ। ਸੁਨਹਿਰੀ ਯੁੱਗ ਤੋਂ ਸਾਡਾ ਭਾਵ ਉਸ ਯੁੱਗ ਤੋਂ ਹੈ ਜਿਹਦੇ ਵਿੱਚ ਜੀਵਨ ਦਾ ਹਰ ਖੇਤਰ ਸਿਖਰ ਨੂੰ ਛੂੰਹਦਾ, ਠੀਕ ਹੈ, ਹਰ ਸਿਖਰ ਟੌਪ ਤੇ ਹੁੰਦਾ। ਅਜਿਹੇ ਯੁੱਗਾਂ ਦੇ ਵਿੱਚ ਪ੍ਰਜਾ ਸੁਖੀ ਹੁੰਦੀ ਹੈ ਤੇ ਲੋਕ ਖੁਸ਼ਹਾਲ ਹੁੰਦੇ ਨੇ, ਧਨ ਦੌਲਤ ਮਾਲਾਮਾਲ ਹੁੰਦੇ ਨੇ ਤੇ ਜਿਹੜਾ ਸਮਾਜਿਕ ਸਰੂਪ ਆ ਉਹ ਉੱਚੇ ਦਰਸ਼ਾਂ ਵਾਲਾ ਹੁੰਦਾ। ਸਾਹਿਤਕ ਕਲਾਵਾਂ ਹਰ ਇੱਕ ਦਿਸ਼ਾ ਦੇ ਵਿੱਚ ਭਾਵ ਕਿ ਉੱਨਤੀ ਹੋਈ ਵੀ ਹੁੰਦੀ ਹੈ, ਠੀਕ ਹੈ। ਤਾਂ ਇਹ ਸਾਰੀ ਉੱਨਤੀ ਜਨਤਾ ਖੁਸ਼ਹਾਲ ਸੀ, ਉਹ ਸੀ ਜਿਹੜੇ ਕਿ ਪ੍ਰਾਚੀਨ ਕਾਲ ਦੇ ਜਿਹੜੇ ਕਿ ਗੁਪਤ ਕਾਲ ਦੇ ਵਿੱਚ, ਜਿਸ ਨੂੰ ਸੁਨਹਿਰੀ ਯੁੱਗ ਕਿਹਾ ਜਾਂਦਾ। ਤੇ ਇਸ ਦੇ ਵਿੱਚ ਇੰਗਲੈਂਡ ਇਹਦੀ ਤੁਲਨਾ ਜਿਹੜੀ ਕਿ ਇੰਗਲੈਂਡ ਦੇ ਵਿੱਚ ਐਲਿਜ਼ਾਬੈਥ ਦਾ ਕਾਲ ਜਿਹੜੇ ਕਿ ਸੁਨਹਿਰੀ ਯੁੱਗ ਸੀ, ਠੀਕ ਹੈ। ਉਸ ਤਰੀਕੇ ਨਾਲ ਇਹਦੀ ਜਿਹੜੀ ਕਿ ਤੁਲਨਾ ਕੀਤੀ ਜਾਂਦੀ ਹੈ। ਬਾਕੀ ਹੁਣ ਆਪਾਂ ਇਹਦੇ ਪੁਆਇੰਟਸ ਦੇਖਦੇ ਹਾਂ ਕਿ ਕਿਉਂ ਇਹਨੂੰ ਜਿਹੜੇ ਕਿ ਸੁਨਹਿਰੀ ਯੁੱਗ ਕਿਹਾ ਜਾਂਦਾ ਸੀ, ਕੀ ਇਹਦੇ ਵਿੱਚ ਖਾਸੀਅਤ ਸੀ। ਪਹਿਲਾ ਏਕਤਾ ਤੇ ਰਾਸ਼ਟਰੀਅਤਾ। ਹਾਂਜੀ ਗੁਪਤ ਕਾਲ ਦੇ ਵਿੱਚ ਏਕਤਾ ਤੇ ਰਾਸ਼ਟਰੀਅਤਾ ਸੀ, ਠੀਕ ਹੈ। ਗੁਪਤ ਸ਼ਾਸਕਾਂ ਨੇ ਦੇਸ਼ ਨੂੰ ਏਕਤਾ ਤੇ ਰਾਸ਼ਟਰੀਅਤਾ ਦੇ ਨਵੇਂ ਭਾਵਾਂ ਦੀ ਸਿਰਜਣਾ ਕੀਤੀ। ਗੁਪਤ ਸ਼ਾਸਕਾਂ ਨੇ ਕਿੰਨਾ ਜਿਹੜੇ ਕਿ ਮਹਾਨ ਕੰਮ ਸੀ, ਜਿਸ ਕਰਕੇ ਇਸੇ ਕਰਕੇ ਜਿਹੜੇ ਕਿ ਇਹਨਾਂ ਨੂੰ ਆਪਾਂ ਕਹਿ ਸਕਦੇ ਕਿ ਇਹ ਸੁਨਹਿਰੀ ਯੁੱਗ ਸੀ। ਮੌਰੀਆ ਵੰਸ਼ ਦੇ ਬਾਅਦ ਕਈ ਛੋਟੇ ਛੋਟੇ ਰਾਜਾਂ ਵਿੱਚ ਵੰਡਿਆ ਗਿਆ ਸੀ ਮੌਰੀਆ ਵੰਸ਼ ਤੋਂ ਬਾਅਦ ਦੇਸ਼। ਤਾਂ ਇਸ ਮੌਕੇ ਦੇ ਵਿੱਚ ਲਾਭ ਉਠਾ ਕੇ ਜਿਹੜਾ ਸ਼ਕ, ਕੁਸ਼ਾਨ ਤੇ ਹੋਰ ਵਿਦੇਸ਼ੀਆਂ ਨੇ ਭਾਰਤ ਦੇ ਵਿੱਚ ਬਹੁਤ ਹਿੱਸਿਆਂ 'ਤੇ ਕਬਜ਼ਾ ਕਰ ਲਿਆ ਸੀ। ਤਾਂ ਇਹਨਾਂ ਕੌਮਾਂ ਨੇ ਭਾਰਤ ਦੇ ਵਿੱਚ 500 ਸਾਲਾਂ ਤੱਕ ਰਾਜ ਕੀਤਾ। ਤਾਂ ਚੌਥੀ ਸਦੀ ਦੇ ਵਿੱਚ ਗੁਪਤ ਸ਼ਾਸਕਾਂ ਨੇ ਭਾਰਤ ਨੂੰ ਇਹਨਾਂ ਜਿਹੜੇ ਵਿਦੇਸ਼ੀ ਸ਼ਕਤੀਆਂ ਸੀ ਜਿਨ੍ਹਾਂ ਨੇ 500 ਸਾਲ ਤੱਕ ਰਾਜ ਕੀਤਾ ਸੀ, ਤਾਂ ਇਹਨਾਂ ਨੂੰ ਗੁਪਤਾਂ ਨੇ ਹੀ ਬਾਹਰ ਕੱਢਿਆ ਸੀ, ਠੀਕ ਹੈ। ਇਹਨਾਂ ਵਿਦੇਸ਼ੀ ਜਾਤੀਆਂ ਤੋਂ, ਵਿਦੇਸ਼ੀਆਂ ਸ਼ਕਤੀਆਂ ਤੋਂ ਜਿਹੜਾ ਭਾਰਤ ਨੂੰ ਜਿਹੜੇ ਕਿ ਮੁਕਤ ਕਰਾਇਆ ਸੀ ਗੁਪਤਾਂ ਨੇ। ਤਾਂ ਸਮੁੰਦਰਗੁਪਤ, ਠੀਕ ਹੈ, ਸਮੁੰਦਰਗੁਪਤ ਜਿਹੜਾ ਕਿ ਗੁਪਤ ਵੰਸ਼ ਦਾ ਸਭ ਤੋਂ ਮਹਾਨ ਸ਼ਾਸਕ ਹੋਇਆ। ਤੇ ਇਸ ਨੇ ਉੱਤਰੀ ਭਾਰਤ ਦੇ 9 ਰਾਜਾਂ ਨੂੰ ਹਰਾਇਆ, ਦੱਖਣੀ ਭਾਰਤ ਦੇ ਵਿੱਚ 12 ਰਾਜਾਂ ਨੂੰ ਹਰਾਇਆ, ਠੀਕ ਹੈ, ਤੇ ਉਹਨਾਂ ਤੋਂ ਟੈਕਸ ਵਸੂਲ ਕੀਤਾ। ਤੇ ਇਸ ਤੋਂ ਬਿਨਾਂ ਕਈ ਸਰਹੱਦੀ ਰਾਜਾਂ ਨੇ ਵੀ ਇਹਦੀ ਅਧੀਨਤਾ ਨੂੰ ਸਵੀਕਾਰ ਕੀਤਾ ਸੀ ਸਮੁੰਦਰਗੁਪਤ ਨੂੰ। ਤੇ 500 ਸਾਲ ਦੇ ਬਾਅਦ ਪਹਿਲੀ ਵਾਰੀ ਦੇਸ਼ ਸਾਮਰਾਜ ਦੇ ਰੂਪ ਦੇ ਵਿੱਚ ਉੱਭਰਿਆ ਤੇ ਚੰਦਰਗੁਪਤ ਦੂਜੇ ਨੇ ਫਿਰ ਸਾਮਰਾਜ ਦੇ ਵਿੱਚ ਵਾਧਾ ਕੀਤਾ। ਚੰਦਰਗੁਪਤ ਦੂਜਾ ਵਿਕਰਮਾਦਿੱਤਿਆ, ਜਿਸ ਨੇ ਸ਼ੱਕਾਂ ਨੂੰ ਹਰਾ ਕੇ, ਠੀਕ ਹੈ, ਉਪਾਧੀ ਧਾਰਨ ਕੀਤੀ ਸੀ ਵਿਕਰਮਾਦਿੱਤਿਆ ਦੀ। ਤੇ ਇਸ ਨੇ ਮਾਲਵਾ, ਗੁਜਰਾਤ ਤੇ ਸੌਰਾਸ਼ਟਰ ਦੇ ਕਈ ਇਲਾਕੇ ਜਿੱਤੇ। ਤੇ ਸੰਨ 407 ਈਸਵੀ ਦੇ ਵਿੱਚ ਪੂਰੇ ਦਾ ਪੂਰਾ ਦੇਸ਼ ਇੱਕੋ ਸੂਤਰ ਦੇ ਵਿੱਚ ਬੰਨ੍ਹਤਾ ਸੀ। ਤੇ ਅਜਿਹਾ ਕਰਕੇ ਹੀ ਜਿਹੜੇ ਕਿ ਇਸ ਨੂੰ ਆਪਾਂ ਕੀ ਕਹਿੰਦੇ ਸੁਨਹਿਰੀ ਯੁੱਗ ਕਿਹਾ ਜਾਂਦਾ। ਅੱਗੇ ਹੈਗਾ ਫਸਟ ਪੁਆਇੰਟ ਰਾਸ਼ਟਰੀ ਤੇ ਏਕਤਾ। ਤੇ ਸਭ ਤੋਂ ਪਹਿਲਾਂ ਹਰ ਇੱਕ ਕੁਐਸਚਨ 'ਚ ਪਹਿਲਾਂ ਸਟੂਡੈਂਟਸ ਤੁਸੀਂ ਹੈਡਿੰਗ ਯਾਦ ਕਰਿਆ ਕਰੋ। ਜਿੰਨੇ ਹੈਡਿੰਗ ਯਾਦ ਕਰ ਲਿਆ ਕਰੋਗੇ ਉਨੇ ਜਲਦੀ ਤੁਹਾਡੇ ਕੁਐਸਚਨ ਯਾਦ ਹੋ ਜਾਂਦੇ ਨੇ। ਅੱਗੇ ਹੈਗਾ ਆਦਰਸ਼ਕ ਸ਼ਾਸਨ।
ਹਾਂਜੀ, ਸੁਨਹਿਰੀ ਯੁੱਗ ਉਹੀ ਯੁੱਗ ਕਿਹਾ ਜਾ ਸਕਦਾ ਜਿਹਦੇ ਵਿੱਚ ਸਾਰੇ ਸ਼ਾਸਕਾਂ ਲੋਕ ਹਿੱਤਾਂ ਨੂੰ ਪਹਿਲ ਦਿੰਦੇ ਹੋਣ, ਲੋਕਾਂ ਦੇ ਹਿੱਤਾਂ ਨੂੰ ਪਹਿਲ ਕਰਕੇ ਹੀ ਜਿਹੜੇ ਕਿ ਸ਼ਾਸਨ ਚਲਾਇਆ ਜਾਵੇ। ਤੇ ਜੇ ਜਨਤਾ ਪ੍ਰਸੰਨ ਆ, ਖੁਸ਼ ਹੈ ਤਾਂ ਸਭ ਕੁਝ ਠੀਕ ਹੈ। ਤੇ ਗੁਪਤ ਕਾਲ ਦੇ ਵਿੱਚ ਇਹੀ ਜਿਹੜੇ ਕਿ ਕਸੌਟੀ ਤੇ ਉਹ ਪੂਰਾ ਉਤਰਦਾ ਗੁਪਤ ਕਾਲ। ਇਹਦੇ ਵਿੱਚ ਪ੍ਰਜਾ ਦੇ ਸੁੱਖਾਂ ਦਾ ਖਾਸ ਧਿਆਨ ਰੱਖਿਆ ਜਾਂਦਾ ਸੀ ਗੁਪਤ ਕਾਲ ਦੇ ਵਿੱਚ। ਤੇ ਪ੍ਰਜਾ ਦੀ ਸੇਵਾ ਕਰਨਾ ਜਿਹੜੇ ਕਿ ਹਰ ਰਾਜਾ ਆਪਣਾ ਧਰਮ ਸਮਝਦਾ ਸੀ। ਤੇ ਦੇਸ਼ ਦੇ ਚਾਰੇ ਪਾਸੇ ਸ਼ਾਂਤੀ ਸੀ, ਲੋਕਾਂ ਨੂੰ ਹਰ ਜਗ੍ਹਾ ਤੇ ਆਉਣ ਜਾਣ ਦੀ ਆਜ਼ਾਦੀ ਸੀ ਤੇ ਉਹਨਾਂ ਨੂੰ ਰਜਿਸਟਰਾਂ ਦੇ ਵਿੱਚ ਨਾਂ ਨਹੀਂ ਸੀ ਲਿਖਵਾਉਣੇ ਪੈਂਦੇ। ਤੇ ਕਾਰਾ ਜਿਹੜੇ ਕਿ ਟੈਕਸ ਸਧਾਰਨ ਸੀ, ਸਜ਼ਾਵਾਂ ਨਰਮ ਸੀ, ਅਪਰਾਧ ਨਾ ਹੋਣ ਦੇ ਬਰਾਬਰ ਸੀ। ਤੇ ਸਰਕਾਰੀ ਕਰਮਚਾਰੀਆਂ ਨੂੰ ਨਗਦ ਤੇ ਕਾਫੀ ਤਨਖਾਹ ਮਿਲਦੀ ਸੀ ਤੇ ਉਹ ਪ੍ਰਜਾ ਨੂੰ ਕਿਸੇ ਵੀ ਕਿਸਮ ਦਾ ਕਸ਼ਟ ਨਹੀਂ ਦਿੰਦੇ ਸੀ। ਤੇ ਰਾਜਾ ਆਪ ਉੱਚੇ ਆਦਰਸ਼ਾਂ ਦਾ ਪਾਲਣ ਕਰਦਾ ਸੀ, ਉਹ ਉਸ ਦੇ ਮੰਤਰੀ ਵੀ ਜਿਹੜੀ ਕਿ ਉਹਦੀ ਪੈਰਵੀ ਕਰਦੇ ਸੀ। ਤੇ ਜ਼ਿਲ੍ਹੇ ਦੇ ਪਿੰਡਾਂ ਦਾ ਪ੍ਰਸ਼ਾਸਨ ਵੀ ਜਨਤਕ ਹਿੱਤਾਂ ਦੀ ਰੱਖਿਆ ਕਰਨਾ ਸੀ। ਭਾਵ ਕਿ ਪਹਿਲਾਂ ਹੈਡਿੰਗ ਯਾਦ ਕਰੋ, ਫਿਰ ਵਿੱਚੋਂ ਤੁਸੀਂ ਜਿਹੜੇ ਕਿ ਮਟੀਰੀਅਲ ਆਪਣੇ ਆਪ ਜਿਹੜੇ ਕਿ ਮਾਈਂਡ 'ਚ ਆ ਜਾਣਾ ਹੁੰਦਾ। ਅੱਗੇ ਹੈ ਉਜਲ ਸਮਾਜਿਕ ਢਾਂਚਾ। ਹਾਂਜੀ, ਗੁਪਤ ਕਾਲ ਦੇ ਜਿਹੜੇ ਕਿ ਸਮਾਜਿਕ ਢਾਂਚੇ ਦਾ ਸਰੂਪ ਨਿਖਰਿਆ ਹੋਇਆ ਸੀ। ਜਾਤੀ ਬੰਧਨ ਜ਼ਿਆਦਾ ਕਠੋਰ ਨਹੀਂ ਸੀ। ਤੇ ਸਟੂਡੈਂਟਸ ਜਿਹੜਾ ਸੈਕਿੰਡ ਪੁਆਇੰਟ ਆਦਰਸ਼ਕ ਆਪਣੇ ਸ਼ਾਸਨ ਹੈ, ਇਹਨੂੰ ਤੁਸੀਂ ਚੰਗਾ ਸ਼ਾਸਨ ਪ੍ਰਬੰਧ ਵੀ ਲਿਖ ਸਕਦੇ ਹੋ। ਠੀਕ ਹੈ, ਚੰਗਾ ਸ਼ਾਸਨ ਪ੍ਰਬੰਧ, ਕਿਉਂਕਿ ਚੰਗਾ ਸ਼ਾਸਨ ਪ੍ਰਬੰਧ ਜਲਦੀ ਯਾਦ ਹੋ ਜਾਊਗਾ ਹੈਡਿੰਗ ਚੰਗਾ ਸ਼ਾਸਨ ਪ੍ਰਬੰਧ। ਅਗਲਾ ਆਪਣਾ ਹੈਡਿੰਗ ਹੈਗਾ ਉਜਲ ਸਮਾਜਿਕ ਢਾਂਚਾ। ਤੁਸੀਂ ਕਹਿ ਸਕਦੇ ਹੋ ਸਮਾਜਿਕ ਜੀਵਨ ਦੇ ਵਿੱਚ ਉੱਨਤੀ। ਠੀਕ ਹੈ, ਇਹਨੂੰ ਐਵੇਂ ਬਣਾ ਲਿਓ, ਸਮਾਜਿਕ ਜੀਵਨ ਦੇ ਵਿੱਚ ਉੱਨਤੀ। ਹਾਂਜੀ, ਗੁਪਤ ਕਾਲ ਦੇ ਸਮਾਜਿਕ ਢਾਂਚੇ ਦਾ ਸਰੂਪ ਆ ਜਿਹੜੇ ਕਿ ਨਿਖਰਿਆ ਹੋਇਆ ਸੀ, ਭਾਵ ਕਿ ਸਮਾਜਿਕ ਜੀਵਨ ਦੇ ਵਿੱਚ ਕਾਫੀ ਉੱਨਤੀ ਆਈ ਹੋਈ ਸੀ। ਜਾਤੀ ਬੰਧਨ ਕਠੋਰ ਨਹੀਂ ਸੀ, ਅੰਤਰ ਜਾਤੀ ਵਿਆਹ ਪ੍ਰਚਲਿਤ ਸੀ। ਪਹਿਰਾਵੇ ਤੇ ਖਾਣ ਪੀਣ ਦੇ ਵਿੱਚ ਵੀ ਲੋਕਾਂ ਵਿੱਚ ਕਾਫੀ ਜ਼ਿਆਦਾ ਅੱਗੇ ਆ ਚੁੱਕੇ ਸੀ, ਭਾਵ ਕਿ ਸਮਾਜਿਕ ਜਿਹੜੀ ਕਿ ਉੱਨਤੀ ਹੋਈ ਹੋਈ ਸੀ। ਹੈਡਿੰਗ ਨੂੰ ਤੁਸੀਂ ਸਮਾਜਿਕ ਉੱਨਤੀ ਵੀ ਲਿਖ ਸਕਦੇ ਹੋ। ਲੋਕ ਸ਼ਿਕਾਰ, ਨਾਟਕ, ਪਸ਼ੂਆਂ ਦੀ ਲੜਾਈਆਂ, ਇਹਨਾਂ ਨਾਲ ਆਪਣਾ ਮਨੋਰੰਜਨ ਕਰਦੇ ਸੀ। ਸਭ ਤੋਂ ਵੱਡੀ ਗੱਲ ਸੀ ਕਿ ਲੋਕਾਂ ਦਾ ਨੈਤਿਕ ਪੱਧਰ ਕਾਫੀ ਜ਼ਿਆਦਾ ਉੱਨਤ ਸੀ ਤੇ ਉਹ ਕਿਸੇ ਜੀਵ ਦੀ ਹੱਤਿਆ ਨਹੀਂ ਸੀ ਕਰਦੇ। ਇੱਥੋਂ ਤੱਕ ਕਿ ਖਾਣੇ ਦੇ ਵਿੱਚ ਪਿਆਜ਼ ਤੇ ਲਸਣ ਦੀ ਵਰਤੋਂ ਤੋਂ ਵੀ ਬਚਦੇ ਸੀ। ਤੇ ਅਮੀਰਾਂ ਦੀ ਜਿਹੜੇ ਕਿ ਮਦਦ ਨਾਲ ਹਸਪੀਟਲਾਂ ਦਾ ਵੀ ਪ੍ਰਬੰਧ ਕੀਤਾ ਗਿਆ ਸੀ। ਲੋਕਾਂ ਨੂੰ ਦਵਾਈਆਂ ਮੁਫਤ ਦਿੱਤੀਆਂ ਜਾਂਦੀਆਂ ਸੀ ਤੇ ਲੋਕ ਪ੍ਰਾਹੁਣਾਚਾਰੀ ਨੂੰ ਵੀ ਆਪਣਾ ਜਿਹੜੇ ਕਿ ਧਰਮ ਕਰਤਾ ਪਸੰਦ ਸੀ। ਤੇ ਸਮਾਜ ਦੇ ਵਿੱਚ ਔਰਤਾਂ ਦਾ ਕਾਫੀ ਜ਼ਿਆਦਾ ਸਤਿਕਾਰ ਸੀ। ਬ੍ਰਾਹਮਣ, ਵਿਦਵਾਨਾਂ ਤੇ ਸੰਤਾਂ ਨੂੰ ਪੂਜਣਯੋਗ ਸਮਝਿਆ ਜਾਂਦਾ ਸੀ। ਤੇ ਅਜਿਹੇ ਦਰਸ਼ ਸਮਾਜ ਨੂੰ ਦੇਖ ਕੇ ਜਿਹੜੇ ਕਿ ਆਪਾਂ ਕਹਿ ਸਕਦੇ ਕਿ ਗੁਪਤ ਕਾਲ ਸੁਨਹਿਰੀ ਯੁੱਗ ਸੀ। ਅੱਗੇ ਹੈ ਆਰਥਿਕ ਉੱਨਤੀ। ਆਰਥਿਕ ਢਾਂਚਾ ਭਾਵ ਕਿ ਆਰਥਿਕ ਉੱਨਤੀ ਜਦ ਤੁਸੀਂ ਕਹਿ ਸਕਦੇ ਹੋ ਕਿ ਵਣਜ ਵਪਾਰ। ਹਾਂਜੀ, ਦੇਸ਼ ਦਾ ਆਰਥਿਕ ਢਾਂਚਾ ਵੀ ਕਾਫੀ ਉੱਨਤ ਹੋ ਚੁੱਕਿਆ ਸੀ। ਕਈ ਕਿਸਮ ਦੀਆਂ ਫਸਲਾਂ ਬੀਜੀਆਂ ਜਾਂਦੀਆਂ ਸੀ। ਉਦਯੋਗ ਵੀ ਕਾਫੀ ਵੱਧ ਚੁੱਕੇ ਸੀ। ਕੱਪੜੇ ਦਾ ਉਦਯੋਗ ਜੋ ਕਾਫੀ ਜ਼ੋਰਾਂ 'ਤੇ ਸੀ, ਮਤਲਬ ਕਿ ਫੇਮਸ ਸੀ। ਇਸ ਤੋਂ ਇਲਾਵਾ ਹਾਥੀ ਦੰਦ, ਫਰਨੀਚਰ, ਇਹ ਵੀ ਕਾਫੀ ਵਿਕਸਿਤ ਸੀ। ਵਪਾਰ ਦੇ ਵਿੱਚ ਵੀ ਕਾਫੀ ਜ਼ਿਆਦਾ ਹੈਰਾਨੀਜਨਕ ਵਾਧਾ ਹੋ ਰਿਹਾ ਸੀ। ਤੇ ਤਾਮਰ ਲਿਪਟੀ, ਚੌਲ, ਠੀਕ ਹੈ, ਕੈਂਬੇ ਤੇ ਬੜੋਚ ਬੰਦਰਗਾਹ ਕਾਫੀ ਜ਼ਿਆਦਾ ਪ੍ਰਸਿੱਧ ਸੀ। ਯੂਰਪ, ਅਫਰੀਕਾ ਦੀਪ ਸਮੂਹ ਦੇ ਨਾਲ ਭਾਰਤ ਦੇ ਖੂਬ ਵਪਾਰ ਹੁੰਦਾ ਸੀ। ਤੇ ਭਾਰਤ ਤੋਂ ਵਿਦੇਸ਼ਾਂ ਨੂੰ ਮੋਤੀ, ਨੀਲ, ਸੰਦਲ, ਮਲਮਲ, ਹੀਰੇ ਤੇ ਗਰਮ ਮਸਾਲੇ ਭੇਜੇ ਜਾਂਦੇ ਸੀ। ਤੇ ਬਦਲੇ ਦੇ ਵਿੱਚ ਭਾਰਤ ਦੇ ਵਿੱਚ ਸੋਨਾ, ਚਾਂਦੀ, ਸਿੱਕਾ, ਰੇਸ਼ਮ ਮੰਗਵਾਇਆ ਜਾਂਦਾ ਸੀ। ਤੇ ਇਸ ਵਪਾਰਕ ਤਰੱਕੀ ਦੇ ਕਾਰਨ ਸਾਰਾ ਦੇਸ਼ ਹੈ ਜਿਹੜੇ ਕਿ ਧਨ ਦੌਲਤ ਨਾਲ ਭਰਪੂਰ ਸੀ ਤੇ ਜਿਸ ਕਰਕੇ ਆਪਾਂ ਕਹਿ ਸਕਦੇ ਕਿ ਇਹ ਸੁਨਹਿਰੀ ਯੁੱਗ ਸੀ। ਅੱਗੇ ਆਊਗਾ ਹਿੰਦੂ ਧਰਮ ਦਾ ਪੁਨਰ ਜਨਮ। ਹਾਂਜੀ, ਇਸ ਯੁੱਗ ਦੇ ਵਿੱਚ ਹਿੰਦੂ ਧਰਮ ਨੇ ਵੀ ਬਹੁਤ ਜ਼ਿਆਦਾ ਉੱਨਤੀ ਕਰ ਲਈ ਸੀ। ਠੀਕ ਹੈ, ਇਸ ਦਾ ਪਹਿਲਾ ਕਾਰਨ ਕੀ ਸੀ ਕਿ ਗੁਪਤ ਵੰਸ਼ ਦੇ ਬਹੁਤ ਸਾਰੇ ਰਾਜੇ ਹਿੰਦੂ ਧਰਮ ਨਾਲ ਦੇ ਅਨੁਯਾਈ ਸੀ। ਤੇ ਲੋਕ ਵਿਸ਼ਨੂੰ, ਸ਼ਿਵ, ਲਕਸ਼ਮੀ, ਦੁਰਗਾ ਇਹਨਾਂ ਦੀ ਪੂਜਾ ਕਰਦੇ ਸੀ। ਹਿੰਦੂ ਦੇਵਤਿਆਂ ਦੇ ਮੰਦਿਰ ਬਣਾਏ ਗਏ ਸੀ ਤੇ ਇਸ ਤੋਂ ਇਹਨਾਂ ਮੰਦਿਰਾਂ ਦੇ ਵਿੱਚ ਸ਼ਿਵ, ਵਿਸ਼ਨੂੰ, ਪਾਰਵਤੀ ਦੀ ਜਿਹੜੇ ਕਿ ਸ਼ਾਨ ਦੇ ਵਿੱਚ ਇਹ ਬਣਵਾਏ ਗਏ ਸੀ। ਤੇ ਮਥੁਰਾ, ਦੇਵਗੜ੍ਹ, ਭਿੱਤਰੀ ਗਾਮ ਇਹਨਾਂ ਦੇ ਵਿੱਚ ਜਿਹੜੇ ਕਿ ਮੰਦਿਰ ਪ੍ਰਸਿੱਧ ਸੀ। ਤੇ ਮੁੱਖ ਪੁਰਾਣਾਂ ਦੀ ਰਚਨਾ ਵੀ ਇਸ ਕਾਲ ਦੇ ਵਿੱਚ ਹੋਈ ਸੀ। ਤੇ ਹਿੰਦੂ ਦੇਵੀ ਦੇਵਤਿਆਂ ਦੇ ਸੁੰਦਰ ਮੂਰਤੀਆਂ ਬਣਾਈਆਂ ਗਈਆਂ। ਸਮੁੰਦਰ ਗੁਪਤ ਤੇ ਕੁਮਾਰ ਗੁਪਤ ਇਹਨਾਂ ਰਾਜੇ ਨੇ ਅਸ਼ਵਮੇਧ ਯੱਗ ਵੀ ਕੀਤੇ। ਤੇ ਇਸ ਤਰ੍ਹਾਂ ਹਿੰਦੂ ਧਰਮ ਦੇ ਵਿੱਚ ਆਪਾਂ ਕਹਿ ਸਕਦੇ ਕਿ ਨਵ ਜੀਵਨ ਦਾ ਸੰਚਾਰ ਹੋ ਗਿਆ ਸੀ। ਹਿੰਦੂ ਧਰਮ ਜਿਹੜੇ ਕਿ ਬਹੁਤ ਜ਼ਿਆਦਾ ਪ੍ਰਫੁੱਲਿਤ ਹੋ ਗਿਆ ਸੀ। ਤੇ ਹਿੰਦੂ ਧਰਮ ਭਾਰਤ ਤੱਕ ਹੀ ਸੀਮਤ ਨਾ ਰਹਿ ਕੇ ਸੁਮਾਤਰਾ ਆਦਿਕ ਟਾਪੂਆਂ ਤੱਕ ਫੈਲ ਗਿਆ ਸੀ। ਇਸ ਤਰ੍ਹਾਂ ਆਪਾਂ ਕਹਿ ਸਕਦੇ ਕਿ ਗੁਪਤ ਕਾਲ ਨੂੰ ਹਿੰਦੂ ਧਰਮ ਦਾ ਸੁਨਹਿਰੀ ਯੁੱਗ ਕਿਹਾ ਜਾਂਦਾ। ਅੱਗੇ ਹੈ ਧਾਰਮਿਕ ਸਹਿਣਸ਼ੀਲਤਾ। ਹਾਂਜੀ, ਧਾਰਮਿਕ ਸਹਿਣਸ਼ੀਲਤਾ ਕਿਸੇ ਯੁੱਗ ਦੀ ਉੱਤਮਤਾ ਦੱਸਦੀ ਆ। ਤਾਂ ਗੁਪਤ ਯੁੱਗ ਦੇ ਵਿੱਚ ਜਿਹੜੀ ਕਿ ਧਾਰਮਿਕ ਸਹਿਣਸ਼ੀਲਤਾ ਦੀ ਭਾਵਨਾ ਪਾਈ ਜਾਂਦੀ ਸੀ। ਗੁਪਤ ਰਾਜੇ ਭਾਵੇਂ ਹਿੰਦੂ ਸੀ, ਫਿਰ ਵੀ ਉਹ ਜਿਹੜੇ ਕਿ ਲੋਕਾਂ ਨੂੰ ਪੂਰੀ ਆਜ਼ਾਦੀ, ਧਾਰਮਿਕ ਪੂਰੀ ਆਜ਼ਾਦੀ ਸੀ ਵੀ ਜਿਹੜੇ ਮਰਜ਼ੀ ਧਰਮ ਨੂੰ ਮੰਨਣ। ਗੁਪਤ ਕਾਲ ਦੇ ਵਿੱਚ ਉੱਤਰ ਪੱਛਮੀ ਭਾਰਤ ਦੇ ਵਿੱਚ ਬੁੱਧ ਮਤ ਦੀ ਮਹਾਯਾਨ ਸ਼ਾਖਾ ਦਾ ਜ਼ੋਰ ਸੀ ਤੇ ਪੂਰਬੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਹੀਨਯਾਨ।
ਤੇ ਬੋਧੀ ਵਿਦਵਾਨ ਉੱਚ ਸਰਕਾਰੀ ਅਹੁਦਿਆਂ ਤੇ ਲੱਗੇ ਹੋਏ ਸੀ। ਦੇਸ਼ ਦੇ ਵਿੱਚ ਬੁੱਧ ਦੀਆਂ ਨਵੀਆਂ ਮੂਰਤੀਆਂ ਜਿਨ੍ਹਾਂ ਉੱਤੇ ਮੋਹਿਤ ਹੋ ਕੇ ਕਈ ਲੋਕਾਂ ਨੇ ਬੁੱਧ ਧਰਮ ਅਪਣਾ ਲਿਆ ਸੀ ਬਣ ਰਹੀਆਂ ਸੀ, ਤੇ ਜੈਨ ਧਰਮ ਦਾ ਵੀ ਪ੍ਰਚਾਰ ਸੁਤੰਤਰ ਪੂਰਵਕ ਚੱਲ ਰਿਹਾ ਸੀ। ਮਥੁਰਾ ਵੱਲ ਵੀ ਜੈਨੀਆਂ ਦੇ ਸਵਤੰਬਰ ਜਿਹੜੇ ਕਿ ਸੰਪਰਦਾਇ ਦੇ ਕੇਂਦਰ ਸੀ। ਕਰਨਾਟਕ ਦਿਗੰਬਰ ਦੇ ਸੀ, ਭਾਵ ਕਿ ਜਿਹੜੇ ਕਿ ਪੂਰਨ ਤੌਰ 'ਤੇ ਧਾਰਮਿਕ ਸਹਿਣਸ਼ੀਲਤਾ ਤੇ ਲੋਕਾਂ ਨੂੰ ਕਿਸੇ ਧਰਮ ਦੇ ਮੰਨਣ ਨੂੰ ਜਿਹੜੇ ਕਿ ਕੋਈ ਪਾਬੰਦੀ ਨਹੀਂ ਸੀ। ਤੇ ਬਾਕੀ ਹਿੰਦੂ ਧਰਮ ਤੋਂ ਇਲਾਵਾ ਬਾਕੀ ਜਿਹੜੇ 2 ਧਰਮ ਵੀ ਉਹ ਵੀ ਆਪਣੇ ਉੱਨਤੀ ਦੇ ਵਿੱਚ ਹੀ ਸੀ। ਅੱਗੇ ਹੈ ਸੰਸਕ੍ਰਿਤਿਕ ਭਾਸ਼ਾ ਦੀ ਉੱਨਤੀ। ਹਾਂਜੀ, ਗੁਪਤ ਕਾਲ ਵਿੱਚ ਸੰਸਕ੍ਰਿਤ ਭਾਸ਼ਾ ਨੇ ਕਾਫੀ ਜ਼ਿਆਦਾ ਉੱਨਤੀ ਕੀਤੀ। ਗੁਪਤ ਸਮਰਾਟਾਂ ਨੇ ਸੰਸਕ੍ਰਿਤ ਦੇ ਉਥਾਨ ਦੇ ਵਿੱਚ ਹਿੱਸਾ ਪਾਇਆ। ਚੰਦਰਗੁਪਤ ਆਪ ਜਿਹੜੇ ਕਿ ਸੰਸਕ੍ਰਿਤ ਦਾ ਮਹਾਨ ਵਿਦਵਾਨ ਸੀ, ਤੇ ਉਸਨੇ ਇਸ ਭਾਸ਼ਾ ਦੇ ਵਿਦਵਾਨਾਂ ਤੇ ਕਵੀਆਂ ਨੂੰ ਖੁੱਲ੍ਹੇ ਦਿਲ ਦੇ ਨਾਲ ਮਦਦ ਕੀਤੀ, ਜਿਸ ਕਰਕੇ ਜਿਹੜੇ ਕਿ ਸੰਸਕ੍ਰਿਤ ਦੇ ਵਿੱਚ ਹੈਰਾਨੀਜਨਕ ਉੱਨਤੀ ਹੋਈ। ਤੇ ਇਸ ਭਾਸ਼ਾ ਦੀ ਉੱਨਤੀ ਦਾ ਸਭ ਤੋਂ ਵੱਡਾ ਜਿਹੜੇ ਕਿ ਸਭ ਤੋਂ ਵੱਡਾ ਆਪਾਂ ਕਹਿ ਸਕਦੇ ਕਿ ਹੈਰਾਨੀ ਇਹ ਸੀ ਕਿ ਇਸ ਨੂੰ ਰਾਜ ਭਾਸ਼ਾ ਦਾ ਕਰਾਰ ਦਿੱਤਾ ਗਿਆ, ਤੇ ਰਾਜੇ ਦੇ ਸਾਰੇ ਕੰਮ ਇਸ ਭਾਸ਼ਾ ਦੇ ਵਿੱਚ ਕੀਤੇ ਗਏ ਸੰਸਕ੍ਰਿਤ ਦੇ ਵਿੱਚ। ਬੋਧੀ ਲੇਖਕਾਂ ਨੇ ਵੀ ਆਪਣੀਆਂ ਕਿਤਾਬਾਂ ਸੰਸਕ੍ਰਿਤ ਦੇ ਵਿੱਚ ਲਿਖਣੀਆਂ ਸ਼ੁਰੂ ਕਰਤੀਆਂ, ਤੇ ਬੋਧੀ ਵਿਹਾਰਾਂ ਦੇ ਵਿੱਚ ਹੁਣ ਸਿੱਖਿਆ ਦਾ ਮਾਧਿਅਮ ਸੰਸਕ੍ਰਿਤ ਬਣ ਗਈ, ਤੇ ਜਿਸ ਕਰਕੇ ਆਪਾਂ ਕਹਿ ਸਕਦੇ ਕਿ ਸੰਸਕ੍ਰਿਤ ਨੇ ਚੌਮੁਖੀ ਤਰੱਕੀ ਕੀਤੀ, ਜਿਸ ਕਰਕੇ ਆਪਾਂ ਇਸ ਨੂੰ ਜਿਹੜੀ ਕਿ ਗੁਪਤ ਕਾਲ ਨੂੰ ਸੰਸਕ੍ਰਿਤੀ ਦਾ ਸੁਨਹਿਰੀ ਯੁੱਗ ਕਿਹਾ ਜਾਂਦਾ। ਅੱਗੇ ਹੈ ਸਾਹਿਤ ਦੀ ਉੱਨਤੀ। ਗੁਪਤ ਕਾਲ ਦੇ ਵਿੱਚ ਜਿਹੜੇ ਸੰਸਕ੍ਰਿਤ ਦੀ ਉੱਨਤੀ ਦੇ ਨਾਲ ਨਾਲ ਜਿਹੜੇ ਕਿ ਸੰਸਕ੍ਰਿਤ ਸਾਹਿਤ ਉਹ ਵੀ ਉੱਨਤ ਹੋਇਆ। ਕਾਲੀਦਾਸ, ਵਿਸ਼ਾਖਾ ਦੱਤ, ਕਾਲੀਦਾਸ ਦੇ ਜਿਹੜੇ ਕਿ ਰਚਨਾਵਾਂ ਨਾਟਕ ਸੀ, ਜਿਵੇਂ ਜਿਹੜੇ ਕਿ ਇਹਦੇ ਨਾਟਕ ਸੀ ਸ਼ਕੁੰਤਲਾ, ਮੇਘਦੂਤ, ਰਘੁਵੰਸ਼, ਠੀਕ ਹੈ। ਵਿਸ਼ਾਖਾ ਦੱਤ ਦਾ ਜਿਹੜਾ ਕਿ ਨਾਟਕ ਸੀ ਮੁਦਰਾ ਰਾਕਸ਼, ਹਰੀਸੇਨ, ਸ਼ੂਦਰਕ, ਵਿਸ਼ਨੂੰ ਸ਼ਰਮਾ, ਪਰਮਾਰਥ ਇਸ ਯੁੱਗ ਦੇ ਮਹਾਨ ਵਿਦਵਾਨ ਸੀ। ਵਿਸ਼ਨੂੰ ਸ਼ਰਮਾ ਨੇ ਪੰਚਤੰਤਰਿਕਾ, ਠੀਕ ਹੈ। ਇਹਨਾਂ ਤੁਸੀਂ ਅੱਗੇ ਪੁਸਤਕਾਂ ਦਾ ਨਾਮ ਵੀ ਲਿਖ ਸਕਦੇ ਹੋ। ਤਾਂ ਇਹਨਾਂ ਦੀਆਂ ਰਚਨਾਵਾਂ ਸੰਸਕ੍ਰਿਤ ਸਾਹਿਤ ਨੂੰ 4 ਚੰਦ ਲਗਾਉਂਦੀਆਂ ਨੇ। ਤੇ ਹਰੀਸੇਨ ਨੇ ਜਿਹੜਾ ਇਲਾਹਾਬਾਦ ਲਾਠ ਲੇਖ ਆ ਜਿਹੜੀ ਕਿ ਗੁਪਤ ਕਾਲ ਦੀ ਸਾਹਿਤ ਦਾ ਉੱਨਤੀ ਦਾ ਸੂਚਕ ਆ। ਹਰੀਸੇਨ ਨੇ ਇਲਾਹਾਬਾਦ ਦਾ ਲੇਖ ਲਿਖਿਆ ਸੀ 33 ਪੰਕਤੀਆਂ ਦਾ, ਠੀਕ ਹੈ, ਜਿਹਦੇ ਵਿੱਚ ਸਮੁੰਦਰ ਗੁਪਤ ਦੇ ਜਿੱਤਾਂ ਦਾ ਵਰਣਨ ਹੈ। ਕਾਲੀਦਾਸ ਦੇ ਸ਼ਕੁੰਤਲਾ, ਰਘੁਵੰਸ਼ ਇਹ ਅੱਗੇ ਆ ਗਈਆਂ। ਵਿਸ਼ਾਖਾ ਦੱਤ ਨੇ ਮੁਦਰਾ ਰਾਕਸ਼ ਲਿਖਿਆ ਸੀ। ਦੇਵੀ ਚੰਦਰਮ ਗੁਪਤਮ ਲਿਖਿਆ ਸੀ, ਠੀਕ ਹੈ। ਵਿਸ਼ਨੂੰ ਸ਼ਰਮਾ ਨੇ ਪੰਚਤੰਤਰ ਲਿਖਿਆ ਸੀ। ਤੇ ਇਸ ਤੋਂ ਇਲਾਵਾ ਰਾਮਾਇਣ, ਮਹਾਭਾਰਤ ਤੇ ਮਨੂ ਸਮ੍ਰਿਤੀ ਨੂੰ ਵੀ ਆਧੁਨਿਕ ਰੂਪ ਇਸੇ ਕਾਲ ਦੇ ਵਿੱਚ ਮਿਲਿਆ। ਤੇ ਪੁਰਾਣ ਆਖਰੀ ਵਾਰ ਇਸੇ ਯੁੱਗ ਦੇ ਵਿੱਚ ਲਿਖੇ ਗਏ ਨੇ। ਪੁਰਾਣ ਆ ਜਿਹੜੇ ਕਿ ਆਖਰੀ ਵਾਰ ਕਿਸ ਯੁੱਗ ਵਿੱਚ ਲਿਖੇ ਗਏ ਨੇ, ਇੰਪੋਰਟੈਂਟ ਲਾਈਨ ਹੈ ਉਹ ਲਿਖੇ ਗਏ ਨੇ ਗੁਪਤ ਕਾਲ ਦੇ ਵਿੱਚ। ਤੇ ਇਸ ਤੋਂ ਬਿਨਾਂ ਅਮਰ ਸਿੰਘ ਤੇ ਪਰਮਾਰਥ ਨਾਂ ਦੇ ਮਹਾਨ ਸਾਹਿਤਕਾਰਾਂ ਨੇ ਵੀ ਇਸ ਯੁੱਗ ਦੇ ਵਿੱਚ ਜਿਹੜੇ ਕਿ ਸਾਹਿਤ ਦੀ ਸੇਵਾ ਕੀਤੀ, ਭਾਵ ਕਿ ਉੱਨਤੀ ਦੇ ਵਿੱਚ ਯੋਗਦਾਨ ਪਾਇਆ। ਇਸ ਕਰਕੇ ਆਪਾਂ ਇਹਨੂੰ ਕਹਿੰਦੇ ਹਾਂ ਕਿ ਸੁਨਹਿਰੀ ਯੁੱਗ ਸੀ। ਅੱਗੇ ਹੈ ਵਿਗਿਆਨਿਕ ਉੱਨਤੀ। ਗੁਪਤ ਕਾਲ ਦੇ ਵਿੱਚ ਜਿਹੜੇ ਕਿ ਵਿਗਿਆਨਿਕ ਤਰੱਕੀ ਦਾ ਯੁੱਗ ਸੀ। ਗਣਿਤ, ਜੋਤਿਸ਼, ਇਲਾਜ ਖੇਤਰ ਦੇ ਵਿੱਚ ਵੀ ਮਹਾਨ ਵਿਗਿਆਨੀ ਨੇ ਜਿਹੜੇ ਕਿ ਬਹੁਤ ਸਾਰੇ ਕੋਸ਼ਿਸ਼ਾਂ, ਭਾਵ ਕਿ ਬਹੁਤ ਸਾਰੇ ਜਿਹੜੇ ਕਿ ਖੋਜਾਂ ਕੀਤੀਆਂ ਨੇ। ਆਰੀਆ ਭੱਟ ਗੁਪਤ ਕਾਲ ਦਾ ਮਹਾਨ ਗਣਿਤਕਾਰ ਸੀ ਤੇ ਜੋਤਿਸ਼ ਸੀ। ਇਸ ਨੇ ਆਰੀਆ ਭੱਟਿਜ਼ਮ ਨਾਮੀ ਇੱਕ ਗਣਿਤਕ, ਰੇਖਾ ਗਣਿਤ ਤੇ ਬੀਜ ਗਣਿਤ ਵਿਸ਼ਿਆਂ ਤੇ ਪ੍ਰਕਾਸ਼ ਪਾਇਆ ਇਸ ਪੁਸਤਕ ਦੇ ਰਾਹੀਂ। ਤੇ ਇਹਨੇ ਦਸ਼ਮਲਵ ਤੇ ਪਾਈ ਸਿਧਾਂਤ ਦੀ ਜਿਹੜੀ ਕਿ ਖੋਜ ਕੀਤੀ। ਪਾਈ ਜਿਹੜਾ ਮੈਥਮੈਟਿਕਸ ਦੇ ਵਿੱਚ ਯੂਜ਼ ਹੁੰਦਾ, ਤੇ ਦਸ਼ਮਲਵ ਇਹਦੀ ਜਿਹੜੀ ਕਿ ਖੋਜ ਕੀਤੀ। ਇਸ ਤੋਂ ਇਲਾਵਾ ਉਸਨੇ ਸੂਰਜ ਸਿਧਾਂਤ ਨਾਮੀ ਕਿਤਾਬ ਦੇ ਵਿੱਚ ਨਛੱਤਰਾਂ ਬਾਰੇ ਦੱਸਿਆ, ਤੇ ਉਹਨੇ ਸੂਰਜ ਗ੍ਰਹਿਣ ਤੇ ਚੰਦਰ ਗ੍ਰਹਿਣ ਦੇ ਅਸਲੀ ਕਾਰਨਾਂ ਉੱਤੇ ਜਿਹੜੇ ਕਿ ਰੋਸ਼ਨੀ ਪਾਈ ਆ। ਤੇ ਬਰਾਹਮਿਹਰ ਵੀ ਇਸ ਯੁੱਗ ਦਾ ਮਹਾਨ ਵਿਗਿਆਨੀ ਸੀ, ਤੇ ਉਸਨੇ ਪੰਚ ਸਿਧਾਂਤਿਕਾ ਨਾਮੇ ਤੇ ਬ੍ਰਹਮ ਸੰਹਿਤਾ ਨਾਮੀ ਜਿਹੜੇ ਕਿ ਰਚਨਾਵਾਂ ਲਿਖੀਆਂ ਨੇ ਬਰਾਹਮਿਹਰ ਨੇ। ਤੇ ਅੱਗੇ ਹੈ ਬ੍ਰਹਮਗੁਪਤ ਨੇ ਤਾਂ ਕਮਾਲ ਹੀ ਕੀਤਾ। ਉਹਨੇ ਨਿਊਟਨ ਤੋਂ ਵੀ ਜਿਹੜੇ ਕਿ ਸਦੀਆਂ ਪਹਿਲਾਂ ਹੀ ਇਹ ਐਲਾਨ ਕਰ ਦਿੱਤਾ ਸੀ ਕਿ ਧਰਤੀ ਸੁਭਾਅ ਕਾਰਨ ਹਰ ਇੱਕ ਚੀਜ਼ ਨੂੰ ਆਪਣੇ ਵੱਲ ਖਿੱਚਦੀ ਹੈ, ਠੀਕ ਹੈ, ਬ੍ਰਹਮਗੁਪਤ ਨੇ। ਤੇ ਇਸ ਤੋਂ ਇਲਾਵਾ ਇਸ ਕਾਲ ਦੇ ਵਿੱਚ ਰਸਾਇਣ, ਇਲਾਜ, ਧਾਤ ਵਿਗਿਆਨ ਦੇ ਵਿੱਚ ਵੀ ਕਾਫੀ ਉੱਨਤੀ ਹੁੰਦੀ ਹੈ, ਜਿਵੇਂ ਮੂਰਤੀ ਕਲਾ ਦੇ ਵਿੱਚ, ਠੀਕ ਹੈ, ਤੇ ਚਿੱਤਰਕਲਾ ਦੇ ਵਿੱਚ। ਉਹ ਤੁਸੀਂ ਪੁਆਇੰਟ ਵੀ ਇਹਦੇ ਵਿੱਚ ਐਡ ਕਰ ਸਕਦੇ ਹੋ। ਅੱਗੇ ਹੈ ਕੋਮਲ ਹੁਨਰ ਕਲਾ ਦੇ ਖੇਤਰ ਦੇ ਵਿੱਚ ਕਾਫੀ ਉੱਨਤੀ ਹੋਈ, ਜਿਵੇਂ ਕਲਾ ਪ੍ਰੇਮੀ ਗੁਪਤ ਸਮਰਾਟਾਂ ਨੇ ਕਲਾ ਦੀ ਉੱਨਤੀ ਵਿੱਚ ਸਿਖਰ ਤੇ ਪਹੁੰਚਾ ਦਿੱਤਾ। ਤੇ ਦੇਸ਼ ਸੁੰਦਰ ਮੂਰਤੀਆਂ ਨਾਲ ਸੱਜ ਗਿਆ। ਚਿੱਤਰਕਲਾ ਦੇ ਵਿੱਚ ਵੀ ਉੱਨਤੀ ਹੋਈ, ਸੰਗੀਤ ਕਲਾ ਦੇ ਵਿੱਚ ਵੀ। ਤੇ ਇਸ ਤੋਂ ਇਲਾਵਾ ਸਮੁੰਦਰ ਗੁਪਤ ਨੂੰ ਖੁਦ ਜਿਹੜੇ ਕਿ ਵੀਣਾ ਵਜਾਉਂਦੇ ਦਿਖਾਇਆ ਗਿਆ ਸੀ। ਸਿੱਕਿਆਂ ਤੇ ਲੱਕੜੀ ਤੇ ਇੱਟਾਂ ਤੇ ਪੱਥਰਾਂ ਦੀ ਵਰਤੋਂ ਕੀਤੀ ਜਾਣਗੀ ਭਵਨਾਂ ਦੇ ਵਿੱਚ। ਦੇਵਗੜ੍ਹ ਦਾ ਦਸ਼ਦਵਾਰ ਮੰਦਰ, ਤਿਵਗਵਾ ਦਾ ਵਿਸ਼ਨੂੰ ਮੰਦਰ, ਭੁਮਰਾ ਦਾ ਸ਼ਿਵ ਮੰਦਰ, ਸਾਰਨਾਥ ਤੇ ਨਲੰਦਾ ਦੇ ਵਿਹਾਰ, ਅਜੰਤਾ, ਅਲੋਰਾ, ਇਹਨਾਂ ਦੇ ਵਿੱਚ ਕਾਫੀ ਜ਼ਿਆਦਾ ਜਿਹੜੇ ਕਿ ਭਵਨ ਨਿਰਮਾਣ ਕਲਾ ਹੋਈ। ਤੇ
ਗੁਪਤ ਕਾਲ ਦੇ ਵਿੱਚ ਚਿੱਤਰਕਲਾ ਦੀ ਵੀ ਕਾਫੀ ਉੱਨਤੀ ਸੀ। ਅਜੰਤਾ ਤੇ ਗੁਫਾਵਾਂ ਦੇ ਵਿੱਚ ਚਿੱਤਰਕਾਰੀ ਜਿਹੜੇ ਕਿ ਮਿਲਦੀ ਹੈ, ਜਿਹੜੀ ਕਿ ਗੁਪਤ ਕਾਲ ਨੂੰ ਅਮਰ ਬਣਾਉਂਦੀ ਹੈ। ਤੇ ਇਹ ਚਿੱਤਰ ਬਿਲਕੁਲ ਸਜੀਵ ਲੱਗਦੇ ਸੀ। ਤੇ ਮੂਰਤੀ ਕਲਾ ਦੇ ਵਿੱਚ ਵੀ ਕੁਸ਼ਾਨ ਕਾਲ ਦੀ ਗੰਧਾਰ ਕਲਾ ਨੂੰ ਵੀ ਜਿਹੜੀ ਕਿ ਪਛਾੜ ਕੇ ਰੱਖ ਦਿੱਤਾ, ਇੰਨੀ ਜ਼ਿਆਦਾ ਉੱਨਤੀ ਹੋਈ। ਅੱਗੇ ਹੈ ਭਾਰਤੀ ਸੱਭਿਆਚਾਰ ਦਾ ਵਿਦੇਸ਼ਾਂ ਵਿੱਚ ਪ੍ਰਸਾਰ। ਹਾਂਜੀ, ਗੁਪਤ ਕਾਲ ਨੂੰ ਸੁਨਹਿਰੀ ਯੁੱਗ ਕਹਿਣ ਦਾ ਜਿਹੜੇ ਕਿ ਇੱਕ ਕਾਰਨ ਇਹ ਵੀ ਹੈ ਕਿ ਭਾਰਤੀ ਸੱਭਿਆਚਾਰ ਦਾ ਵਿਦੇਸ਼ਾਂ ਵਿੱਚ ਵੀ ਪ੍ਰਚਾਰ ਹੋਇਆ। ਅਸਲ ਦੇ ਵਿੱਚ ਜਿਹੜੇ ਕਿ ਵਿਸ਼ਾਲ ਭਾਰਤੀ ਨਹੀਂ ਇਸੇ ਯੁੱਗ ਦੇ ਵਿੱਚ ਰੱਖੀ ਗਈ ਆ। ਭਾਰਤੀ ਪ੍ਰਚਾਰਕ ਜਾਵਾ, ਸੁਮਾਤਰਾ, ਬਾਲੀ, ਬੋਰਨੀਓ ਇਹਨਾਂ ਆਦਿ ਦੇਸ਼ਾਂ ਦੇ ਕਈ ਦੇਸ਼ਾਂ ਦੇ ਵਿੱਚ ਗਈ। ਏਸ਼ੀਆ ਦੇ ਕਈ ਦੇਸ਼ਾਂ ਦੇ ਵਿੱਚ ਗਏ ਨੇ ਤੇ ਉਹਨਾਂ ਨੇ ਉੱਥੋਂ ਦੇ ਲੋਕਾਂ ਨੂੰ ਭਾਰਤੀ ਸੱਭਿਆਚਾਰ ਦੇ ਰੰਗ ਦੇ ਵਿੱਚ ਰੰਗਿਆ। ਤੇ ਭਾਰਤੀ ਸੱਭਿਆਚਾਰ ਦਾ ਦੇਸ਼ਾਂ ਦੀਆਂ ਸਰਹੱਦਾਂ ਪਾਰ ਕਰਨਾ ਜਿਹੜੇ ਕਿ ਮਾਣ ਵਾਲੀ ਗੱਲ ਸੀ। ਇਹਨਾਂ ਸਾਰੇ ਕਾਰਨਾਂ ਕਰਕੇ ਜਿਹੜੇ ਕਿ ਭਾਰਤ ਦੇ ਵਿੱਚ ਜਿਹੜੇ ਕਿ ਸੁਨਹਿਰੀ ਯੁੱਗ ਕਿਹਾ ਜਾਂਦਾ ਗੁਪਤ ਕਾਲ ਨੂੰ ਜਿਹੜੇ ਕਿ ਪ੍ਰਾਚੀਨ ਭਾਰਤ ਦਾ ਸੁਨਹਿਰੀ ਯੁੱਗ ਮੰਨਿਆ ਜਾਂਦਾ। ਇਸ ਤੋਂ ਇਲਾਵਾ ਤੁਸੀਂ ਇਹਨਾਂ ਦੇ ਵਿੱਚ ਹੋਰ ਪੁਆਇੰਟ ਵੀ ਐਡ ਕਰ ਸਕਦੇ ਹੋ, ਜਿਵੇਂ ਕਿ ਇਹਨਾਂ ਦੇ ਵਿੱਚ ਆਰਥਿਕ ਪੱਖ ਦੇ ਵਿੱਚ ਹੋਰ ਜਿਹੜੇ ਕਿ ਅੱਗੇ ਪੁਆਇੰਟ ਵਧਾ ਸਕਦੇ ਹੋ। ਤੇ ਇਸ ਕਲਾਵਾਂ ਦੇ ਵਿੱਚ ਇਹਨਾਂ ਦੇ ਲਹਿਦੀ ਕਲਾ ਕੱਢ ਸਕਦੇ ਹੋ, ਮੂਰਤੀ ਕਲਾ, ਚਿੱਤਰ ਕਲਾ, ਠੀਕ ਹੈ। ਇਹਨਾਂ ਦੇ ਵਿੱਚ ਅਲੱਗ-ਅਲੱਗ ਪੁਆਇੰਟ ਬਣਾ ਸਕਦੇ ਹੋ। ਸਾਹਿਤ ਦੇ ਵਿੱਚ ਵੀ ਅਲੱਗ-ਅਲੱਗ ਪੁਆਇੰਟ ਅੱਗੇ ਬਣਾ ਸਕਦੇ ਹੋ। ਥੈਂਕਸ।